दूर करना। सो दलजीत सिंह बिट्टू जी अपनी किताब विच दसदे ने भी बहुत बदनाम पुलिस अफसर स्वर्ण घोटना उत्ते कई बार असीं घातां लाईआं पर ਉਹ भी गिल वांग बचदा ही ਰਿਹਾ। एक बार 1985 ਦੇ ਸ਼ੁਰੂ ਵਿੱਚ ਇੱਕ ਸਿੰਘ ਉਹਦੇ ਘਰ ਵਿੱਚ ਦਾਖਲ ਹੋ ਗਿਆ ਸੀ ਪਰ ਅੱਗੋਂ ਉਹ ਪਾਠ ਕਰ ਰਿਹਾ ਸੀ ਕਹਿੰਦੇ। ਇਸ ਕਰਕੇ ਸਿੰਘ ਨੇ ਇਸ ਨੂੰ ਛੱਡ ਦਿੱਤਾ। ਇਹ ਕੰਮ ਹੀਰਾ ਸਿੰਘ ਬੱਬਰ ਹੋਰਾਂ ਦੇ ਜਥੇ ਦਾ ਸੀ। ਜਦੋਂ ਇਹ ਮੋਗੇ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਸੀ ਉਸ ਵਕਤ ਗੁਰਜੰਟ ਸਿੰਘ ਹੋਰਾਂ ਨੇ ਬਰੂਦ ਨਾਲ ਇਸ ਤੇ ਘਾਤ ਲਾਈ ਸੀ ਪਰ ਉਸ ਦਿਨ ਇਸ ਦੀ ਥਾਂ ਮੋਗੇ ਦਾ ਐਸਪੀ ਕੇਰ ਸਿੰਘ ਹਮਲੇ ਦਾ ਨਿਸ਼ਾਨਾ ਬਣ ਗਿਆ ਅਤੇ ਉਸ ਦੀ ਗੱਡੀ ਬਰੂਦ ਨਾਲ ਉੱਡ ਗਈ। ਉਹ ਕਹਿੰਦੇ ਵੀ ਸਦਾ ਲਈ ਲੱਤਾਂ ਤੋਂ ਨਕਾਰਾ ਹੋ ਗਿਆ ਪਰ ਕੇਰ ਸਿੰਘ ਵੀ ਸਿੰਘਾਂ ਦੇ ਨਿਸ਼ਾਨੇ ਤੇ ਹੀ ਸੀ। ਜਦੋਂ ਕਹਿੰਦੇ ਵੀ ਸਵਰਨ ਘੋਟਣਾ ਜਗਰਾਉਂ ਐਸਐਸਪੀ ਸੀ ਉਸ ਵਕਤ ਵੀ ਲਿਬਰੇਸ਼ਨ ਫੋਰਸ ਨੇ ਇਸ ਤੇ ਬਰੂਦ ਨਾਲ ਕਈ ਘਾਤਾਂ ਲਾਈਆਂ। ਜਦੋਂ ਇਹ 86-87 ਵਿੱਚ ਜਲੰਧਰ ਐਸਪੀ ਸੀ ਉਦੋਂ ਕਮਾਂਡੋ ਫੋਰਸ ਦੇ ਸਿੰਘਾਂ ਨੇ ਇਸ ਨੂੰ ਸ਼ਹਿਰ ਵਿੱਚ ਹੀ ਘੇਰ ਕੇ ਮਾਰਨ ਦੀ ਵਿਉਂਤ ਬਣਾਈ ਸੀ ਜਿਸ ਵਿੱਚ ਮੈਂ ਵੀ ਸ਼ਾਮਲ ਸੀ। ਕਹਿੰਦਾ ਉਦੋਂ ਲਾਭ ਸਿੰਘ ਕਮਾਂਡੋ ਫੋਰਸ ਦਾ ਮੁਖੀ ਸੀ। ਸਾਡੇ ਕੋਲ ਨਵੀਆਂ ਅਸਾਲਟਾਂ ਤੇ MMG ਬੰਦੂਕਾਂ ਆਈਆਂ ਸਨ। ਜਲੰਧਰ ਪੁਲਿਸ ਵਿੱਚ ਕਮਾਂਡੋ ਫੋਰਸ ਦੇ ਕਾਫੀ ਚੰਗੇ ਸਬੰਧ ਸਨ ਜੋ ਜਾਣਕਾਰੀ ਦਿੰਦੇ ਸਨ। ਲਾਭ ਸਿੰਘ ਦੀ ਬੜੀ ਸੀ ਕਿ ਇਸ ਦੁਸ਼ਟ ਨੂੰ ਸ਼ਰੇਆਮ ਘੇਰ ਕੇ ਮਾਰਿਆ ਜਾਵੇ। ਇਹ ਸਵੇਰੇ ਦੁਪਹਿਰ ਤੇ ਸ਼ਾਮ ਨੂੰ ਦਫ਼ਤਰ ਆਉਂਦਿਆਂ ਜਾਂਦਿਆਂ ਖਾਲਸਾ ਕਾਲਜ ਸਾਹਮਣੇ ਦੀ ਆਪਣੀ ਕਾਰ ਤੇ ਖੁੱਲੀ ਜੀਪ ਵਿੱਚ ਕੁਝ ਸਿਪਾਹੀਆਂ ਨਾਲ ਜਾਇਆ ਕਰਦਾ ਸੀ। ਕਹਿੰਦੇ ਕਾਲਜ ਦੇ ਸਾਹਮਣੇ ਹੀ ਟਰੱਕ ਲਾ ਕੇ ਇੱਥੇ ਹੋਰ ਗੱਡੀਆਂ ਲਾ ਕੇ ਇਸ ਦੀਆਂ ਦੋਵੇਂ ਗੱਡੀਆਂ ਨੂੰ ਘੇਰਨ ਦੀ ਵਿਉਂਤ ਬਣਾਈ ਗਈ। ਟਰੱਕ ਅਤੇ ਗੱਡੀਆਂ ਦਾ ਵੀ ਪ੍ਰਬੰਧ ਕਰ ਲਿਆ ਸੀ ਤੇ ਸਮਾਨ ਦਾ ਵੀ। ਲਾਭ ਸਿੰਘ ਦੇ ਨਾਲ ਬਾਬਾ ਧੰਨਾ ਸਿੰਘ, ਬਾਬਾ ਅਜੀਤ ਸਿੰਘ, ਬਾਪੂ ਮਲਕੀਤ ਸਿੰਘ, ਬਾਬਾ ਬਲਵਿੰਦਰ ਸਿੰਘ, ਕਮਰਜੀਤ ਸਿੰਘ ਸੁਲਤਾਨਵਿੰਡ, ਗੁਰਦੇਵ ਸਿੰਘ ਉਸਮਾਨ ਵਾਲਾ, ਗੁਰਦੇਵ ਸਿੰਘ ਦੇਬੂ, ਗੁਰਦੇਵ ਸਿੰਘ ਸੀਤੀਏ ਵਾਲਾ, ਚਰਨਜੀਤ ਸਿੰਘ ਤਲਵੰਡੀ, ਮਥਰਾ ਸਿੰਘ ਤੇ ਮੈਂ ਇਸ ਕੰਮ ਲਈ ਤਿਆਰ ਸਾਂ। ਬਾਪੂ ਮਲਕੀਤ ਸਿੰਘ ਨੇ ਕਹਿੰਦੇ ਵੀ ਮਥਰਾ ਸਿੰਘ ਤੇ ਮੈਨੂੰ ਸਾਰਾ ਮੌਕਾ ਤੇ ਨਿਸ਼ਾਨੇ ਦੀ ਥਾਂ ਦਿਖਾਈ। ਸਾਡੀ ਰਾਏ ਸੀ ਕਿ ਇਹ ਕੰਮ ਹੋ ਸਕਦਾ ਹੈ ਪਰ ਔਖਾ ਹੈ। ਉਸ ਵਕਤ ਖੁੱਲੀ ਜੀਪ ਵਿੱਚ ਬੈਠੇ 6 ਸਿਪਾਹੀ ਸੌਖਿਆਂ ਹੀ ਮਾਰ ਵਿੱਚ ਆ ਸਕਦੇ ਸੀ ਪਰ ਜਗ੍ਹਾ ਬਹੁਤ ਖਤਰੇ ਵਾਲੀ ਸੀ। ਸਾਹਮਣੇ BSF ਦਾ ਕੈਂਪ ਸੀ ਤੇ ਘੋਟਣੇ ਦੀ ਗੱਡੀ ਦੇ ਬਚ ਨਿਕਲਣ ਦਾ ਵੀ ਖਦਸ਼ਾ ਸੀ। ਅਸੀਂ ਉਹਨਾਂ ਨੂੰ ਕਿਹਾ ਕਿ ਆਪਾਂ ਨੂੰ ਜਗ੍ਹਾ ਬਦਲ ਲੈਣੀ ਚਾਹੀਦੀ ਹੈ ਪਰ ਲਾਭ ਸਿੰਘ, ਚਰਨਜੀਤ ਸਿੰਘ, ਬਾਪੂ ਮਲਕੀਤ ਸਿੰਘ ਤੇ ਰਬੈਰੋ ਹਮਲੇ ਵਾਲੇ ਬਾਬਾ ਧੰਨਾ ਸਿੰਘ ਤੇ ਅਜੀਤ ਸਿੰਘ ਦ੍ਰਿੜ ਸਨ ਕਿ ਇੱਥੇ ਹੀ ਖੜ ਕੇ ਹਮਲਾ ਕਰਨਾ ਹੈ ਜੋ ਅਸੀਂ ਮੰਨ ਗਏ। ਅਸੀਂ ਇੱਕ ਦਿਨ ਪੂਰੀ ਤਿਆਰੀ ਵਿੱਚ ਉੱਥੇ ਖੜੇ ਰਹੇ ਪਰ ਉਸ ਦਿਨ ਕੰਮ ਨਹੀਂ ਬਣਿਆ। ਜਿਵੇਂ ਰੱਬ ਦੀ ਰਜ਼ਾ ਹੁੰਦੀ ਹੈ ਕਹਿੰਦੇ ਵੀ ਉਸ ਦਿਨ ਉਹਦੀ ਪਹਿਰੇਦਾਰੀ ਬਹੁਤ ਜ਼ਿਆਦਾ ਸੀ। ਸਾਨੂੰ ਸਾਡੇ ਪੁਲਿਸ ਵਿਚਲੇ ਸੂਤਰਾਂ ਤੋਂ ਖਬਰ ਮਿਲੀ ਕਿ ਤੁਹਾਡੇ ਹਮਲੇ ਦੀ ਯੋਜਨਾ ਬਾਰੇ ਪੁਲਿਸ ਨੂੰ ਪਤਾ ਲੱਗ ਗਿਆ ਹੈ। ਜਲੰਧਰ ਵੀ ਛੱਡ ਦਿੱਤਾ। ਜਿਵੇਂ ਸਾਡੇ ਬੰਦੇ ਉਹਨਾਂ ਵਿੱਚ ਸੀ ਉਸੇ ਤਰ੍ਹਾਂ ਸਾਡੇ ਵਿੱਚ ਵੀ ਕੋਈ ਉਹਨਾਂ ਦਾ ਬੰਦਾ ਸੀ ਪਰ ਅਸੀਂ ਉਸ ਵਕਤ ਸ਼ਿਕਾਰ ਕਰਦਿਆਂ ਖੁਦ ਸ਼ਿਕਾਰ ਹੋਣ ਤੋਂ ਬਚ ਗਏ। ਇਸੇ ਤਰ੍ਹਾਂ ਕਹਿੰਦੇ ਵੀ ਇੰਸਪੈਕਟਰ ਸੰਤ ਕੁਮਾਰ ਦਾ ਨਾਂ ਬੁੱਚੜ ਪੁਲਸੀਆਂ ਵਿੱਚ ਮੂਹਰ ਦੀ ਕਤਾਰ ਵਿੱਚ ਆਉਂਦਾ ਸੀ। ਇਸ ਨੇ ਸੈਂਕੜੇ ਹੀ ਘਰ ਉਜਾੜੇ ਤੇ ਸਿੰਘਾਂ ਨੂੰ ਸ਼ਹੀਦ ਕੀਤਾ ਹੈ। ਇਸ ਉੱਪਰ ਕਈ ਵਾਰ ਹਮਲੇ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇਹ ਵੀ ਕਿਸਮਤ ਦਾ ਬੜਾ ਧਨੀ ਸੀ। ਕਹਿੰਦੇ ਜਦੋਂ ਇਹ ਰਾਏਕੋਟ ਤੈਨਾਤ ਸੀ ਤਾਂ ਚਰਨਜੀਤ ਸਿੰਘ ਤਲਵੰਡੀ ਆਪਣੇ ਨਾਲ ਬਾਬਾ ਧੰਨਾ ਸਿੰਘ, ਬਾਬਾ ਅਜੀਤ ਸਿੰਘ ਤੇ ਅਵਤਾਰ ਸਿੰਘ ਨੂੰ ਲੈ ਕੇ ਉੱਥੇ ਗਿਆ ਤੇ ਅੱਗੋਂ ਇਹਨਾਂ ਨੂੰ ਦਰਸ਼ਨ ਸਿੰਘ ਤਖਾਣਬੱਧ, ਅਜਮੇਰ ਸਿੰਘ ਲੋਧੀਵਾੜ, ਦਰਸ਼ਨ ਸਿੰਘ ਡੱਲਾ, ਮਨੋਹਰ ਸਿੰਘ ਧੀਰੇ ਹੋਣੀ ਮਿਲ ਗਏ। ਇਹਨਾਂ ਨੇ ਸਾਂਝੇ ਰੂਪ ਵਿੱਚ ਇਸ ਕੰਮ ਲਈ ਕਾਫੀ ਮਿਹਨਤ ਕੀਤੀ। ਰਾਏਕੋਟ ਵਿੱਚ ਕਿਸੇ ਥਾਂ ਤੇ ਇਸ ਉੱਪਰ ਘਾਤ ਲਾ ਕੇ ਹੀ ਹਮਲਾ ਹੋ ਸਕਦਾ ਸੀ। ਇਹ ਸਾਰੇ ਸਿੰਘ 20-25 ਦਿਨ ਲਗਾਤਾਰ ਕਹਿੰਦੇ ਵੀ ਵੱਖ-ਵੱਖ ਥਾਵਾਂ ਤੇ ਘਾਤ ਲਾ ਕੇ ਇਸ ਨੂੰ ਉਡੀਕਦੇ ਰਹੇ ਪਰ ਹਰ ਵਾਰ ਕੋਈ ਨਾ ਕੋਈ ਕਾਰਨ ਬਣ ਜਾਂਦਾ ਤੇ ਇਹ ਮੌਕੇ ਤੇ ਨਾ ਪਹੁੰਚਦਾ। ਉਹਦੀ ਉਡੀਕ ਕਰਦਿਆਂ 15 ਕੁ ਦਿਨ ਹੋਏ ਸਨ ਕਿ ਮੈਂ ਅਤੇ ਡਾਕਟਰ ਗੁਰਪ੍ਰੀਤ ਸਿੰਘ ਵੀ ਇਹਨਾਂ ਕੋਲ ਪਹੁੰਚ ਗਏ। ਰਾਏਕੋਟ ਦੇ ਨੇੜੇ ਤੇੜੇ ਸਭ ਪਾਸੇ ਬਹੁਤ ਠਾਰਾਂ ਸਨ। ਅਸੀਂ ਰਾਤ ਨੂੰ ਦਾਣਾ ਮੰਡੀ ਵਿੱਚ ਮਿਲੇ ਤੇ ਕਾਫੀ ਸਮਾਂ ਗੱਲਾਂ ਬਾਤਾਂ ਕਰਦੇ ਰਹੇ। ਬਹੁਤ ਚੰਗਾ ਮਾਹੌਲ ਸੀ ਤੇ ਬੜੇ ਚਿਰ ਬਾਅਦ ਸਾਰੇ ਇਕੱਠੇ ਹੋਏ ਸਨ। ਸਾਰਿਆਂ ਨੂੰ ਲੱਗ ਰਿਹਾ ਸੀ ਵੀ ਇੰਨੇ ਵੱਡੇ ਨਾਵਾਂ ਵਾਲੇ ਸਿੰਘ ਇੱਕੋ ਕੰਮ ਵਿੱਚ ਇਕੱਠੇ ਹੋਏ ਹਨ ਪਰ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਅੱਗੇ ਪਈ ਜਾ ਰਿਹਾ ਸੀ। ਚਰਨਜੀਤ ਸਿੰਘ ਤਲਵੰਡੀ ਅਤੇ ਦਰਸ਼ਨ ਸਿੰਘ ਡੱਲਾ ਹਾਸਾ ਮਜ਼ਾਕ ਕਰਨ ਲੱਗ ਪਏ ਕਿ ਇਸ ਪੁਲਸੀਏ ਦਾ ਯਮਰਾਜ ਨਾਲ ਕੋਈ ਸਮਝੌਤਾ ਹੋਇਆ ਲੱਗਦਾ ਹੈ। ਕਹਿੰਦੇ ਵੀ ਜਿਸ ਦਿਨ ਅਸੀਂ ਪਹੁੰਚੇ ਉਸ ਦਿਨ ਸਿੰਘਾਂ ਕੋਲ ਇਹ ਸੂਚਨਾ ਸੀ ਕਿ ਇਸ ਨੇ ਸਵੇਰੇ 4 ਵਜੇ ਛਾਪਾ ਮਾਰਨ ਜਾਣਾ ਹੈ। ਅਸੀਂ ਸਕੂਲ ਦੇ ਨੇੜੇ ਹੀ ਇਸ ਤੇ ਘਾਤ ਲਾਉਣੀ ਸੀ। ਉਸ ਦਿਨ ਫੇਰ ਅੰਦਰੋਂ ਸੁਨੇਹਾ ਆ ਗਿਆ ਵੀ ਅੱਜ ਫੇਰ ਇਸ ਨੇ ਜਾਣਾ ਅੱਗੇ ਕਰ ਦਿੱਤਾ ਤੇ ਇਹ ਸੁਣ ਕੇ ਅਸੀਂ ਫੇਰ ਨੇੜੇ ਆਪਣੀਆਂ ਠਾਰਾਂ ਤੇ ਚਲੇ ਗਏ। ਅਗਲੇ ਦਿਨ ਕਹਿੰਦੇ ਵੀ ਮੈਂ ਵਾਪਸ ਚੰਡੀਗੜ੍ਹ ਆ ਗਿਆ ਪਰ ਇਹ ਸਿੰਘ 10 ਕੁ ਦਿਨ ਉੱਥੇ ਹੋਰ ਰਹੇ ਪਰ ਹੈਰਾਨੀ ਤੇ ਮਾਯੂਸੀ ਦੀ ਗੱਲ ਸੀ ਕਿ ਕਿਸੇ ਵੀ ਤਰ੍ਹਾਂ ਗੱਲ ਨਹੀਂ ਬਣ ਸਕੀ।
ਉਸ ਦਿਨ ਪੂਰੇ 10 ਤਜਰਬੇਕਾਰ ਸਿੰਘ ਹਮਲਾ ਕਰਨ ਵਾਲੇ ਸਨ। ਜਦੋਂ ਕੋਈ ਕੰਮ ਇੰਨੀ ਮਿਹਨਤ ਬਾਅਦ ਵੀ ਸਿਰੇ ਨਾ ਚੜੇ ਤਾਂ ਸਾਰੇ ਜਥੇ ਵਿੱਚ ਮਾਯੂਸੀ ਜਿਹੀ ਫੈਲ ਜਾਂਦੀ ਹੈ ਤੇ ਮਨ ਨਹੀਂ ਟਿਕਦਾ। ਹਮਲਿਆਂ ਦੌਰਾਨ ਅਤੇ ਸ਼ਹਾਦਤ ਦੌਰਾਨ ਕਦੇ ਇੰਜ ਮਾਯੂਸੀ ਨਹੀਂ ਸੀ ਹੁੰਦੀ, ਪਰ ਫੇਰ ਵੀ ਸਿੰਘਾਂ ਨੂੰ ਆਪਣੇ ਆਪ ਨੂੰ ਸਮਝਾਉਣਾ ਪੈਂਦਾ ਸੀ ਕਿ ਇਹ ਸਭ ਉਸ ਦੀ ਖੇਡ ਹੈ, ਸਾਡਾ ਫਰਜ਼ ਤਾਂ ਯਤਨ ਕਰਨਾ ਹੀ ਹੈ। ਇਸੇ ਤਰ੍ਹਾਂ ਕਹਿੰਦੇ ਵੀ ਇੱਕ ਵਾਰ ਲੁਧਿਆਣੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਕੋਲ ਲਿਬਰੇਸ਼ਨ ਫੋਰਸ ਵਾਲਿਆਂ ਨੇ ਪੁਲਿਸ ਵਾਲਿਆਂ ਲਈ ਬੰਬ ਲਾਇਆ ਸੀ। ਸੜਕ ਤੇ ਇੱਕ ਪੁੜੀ ਦੇ ਹੇਠ ਬਰੂਦ ਲਾਇਆ ਗਿਆ ਤੇ ਤਾਰ ਰਾਹੀਂ ਬੈਟਰੀ ਨਾਲ ਜੋੜਿਆ ਗਿਆ। ਕਹਿੰਦੇ ਪੁਲਿਸ ਬਿਲਕੁਲ ਸਿੰਘਾਂ ਦੇ ਜਾਲ ਵਿੱਚ ਫਸ ਗਈ ਸੀ। ਐਸਐਸਪੀ ਸੈਣੀ, ਇੰਸਪੈਕਟਰ ਮਨਮੋਹਨ ਸਿੰਘ ਤੇ ਗੁਰਮੀਤ ਪਿੰਕੀ ਉਸ ਥਾਂ ਤੇ ਆ ਕੇ ਕਾਫੀ ਸਮਾਂ ਖੜੇ ਰਹੇ, ਪਰ ਉਹਨਾਂ ਦੀ ਕਿਸਮਤ ਚੰਗੀ ਸੀ ਕਹਿੰਦੇ ਕਿ ਰਾਤ ਨੂੰ ਕੋਈ ਚੂਹਾ ਤਾਰ ਕੁਤਰ ਗਿਆ ਅਤੇ ਬਰੂਦ ਨੂੰ ਕਰੰਟ ਨਹੀਂ ਮਿਲਿਆ। ਇਸ ਤਰ੍ਹਾਂ ਕਹਿੰਦੇ ਵੀ ਇਹ ਤਿੰਨੋਂ ਹੀ ਅਫਸਰ ਉਸ ਦਿਨ ਬਚ ਗਏ। ਬਾਅਦ ਵਿੱਚ ਉਹਨਾਂ ਨੂੰ ਇਸ ਜਾਲ ਬਾਰੇ ਪਤਾ ਵੀ ਲੱਗ ਗਿਆ ਸੀ। ਲੁਧਿਆਣੇ ਵਿੱਚ ਪੁਲਿਸ ਦਾ ਇੱਕ ਹੋਰ ਐਸਪੀ BS ਗਿੱਲ ਸਿੰਘਾਂ ਖਿਲਾਫ ਬਹੁਤ ਵੱਧ ਚੜ ਕੇ ਕੰਮ ਕਰ ਰਿਹਾ ਸੀ। ਉਸਨੇ ਕਈ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ। ਲਿਬਰੇਸ਼ਨ ਫੋਰਸ ਦੇ ਰਣਧੀਰ ਸਿੰਘ ਧੀਰਾ, ਸੁਰਿੰਦਰਪਾਲ ਸਿੰਘ ਠਰੂਆ, ਮਨਜੀਤ ਸਿੰਘ ਈਸੀ, ਡਾਕਟਰ ਹਰੀ ਸਿੰਘ ਅਤੇ ਡਾਕਟਰ ਪ੍ਰੀਤਮ ਸਿੰਘ ਸੇਖੋਂ ਅਤੇ ਹੋਰ ਸਿੰਘਾਂ ਨੂੰ ਉਸ ਦੇ ਬਾਰੇ ਇੱਕ ਅਹਿਮ ਸੂਹ ਮਿਲੀ। ਉਹ ਕਹਿੰਦੇ ਵੀ ਮਹੀਨੇ ਵਿੱਚ ਇੱਕ ਵਾਰ ਦਿੱਲੀ ਆਪਣੇ ਰਿਸ਼ਤੇਦਾਰ ਕੋਲ ਸਿਰਫ ਇੱਕ ਸਿਪਾਹੀ ਨਾਲ ਹੀ ਮਰੂਤੀ ਕਾਰ ਵਿੱਚ ਜਾਂਦਾ ਸੀ। ਉੱਥੇ ਜਾ ਕੇ ਉਹ ਪਹਿਰੇ ਤੋਂ ਪਰੇ ਹੋ ਕੇ 1-2 ਦਿਨ ਮौज ਮਸਤੀ ਕਰਦਾ ਸੀ ਤੇ ਫਿਰ ਵਾਪਸ ਆ ਜਾਂਦਾ ਸੀ। ਜਿੱਥੇ ਜਾਂਦਾ ਸੀ ਉਸ ਥਾਂ ਇਹਨਾਂ ਸਿੰਘਾਂ ਦਾ ਕੋਈ ਸੂਤਰ ਸੀ ਜੋ ਇਹਨਾਂ ਨੂੰ ਦੱਸ ਦਿੰਦਾ ਸੀ। ਕਈ ਵਾਰ ਇਹ ਸਿੰਘ ਟਰੱਕ ਲੈ ਕੇ ਕਹਿੰਦੇ ਵੀ GT ਰੋਡ ਤੇ ਖੜਦੇ ਰਹੇ ਕਿ ਦਿੱਲੀ ਤੋਂ ਆਉਣ ਬਾਰੇ ਫੋਨ ਤੇ ਖਬਰ ਆਏਗੀ, ਪਰ ਹਰ ਵਾਰ ਕੋਈ ਨਾ ਕੋਈ ਵਿਘਨ ਪੈਂਦਾ ਰਿਹਾ। ਇਹ ਅਫਸਰ ਕਈ ਵਾਰ ਉੱਥੇ ਗਿਆ ਤੇ ਸਿੰਘ ਰਾਹ ਵਿੱਚ ਵਾਪਸ ਆਉਂਦੇ ਨੂੰ ਘੇਰਨ ਲਈ ਸਾਰਾ ਦਿਨ ਖੜੇ ਰਹਿੰਦੇ, ਪਰ ਉਹਨਾਂ ਨੂੰ ਸਹੀ ਮੌਕਾ ਹੀ ਨਹੀਂ ਮਿਲਿਆ। ਕਹਿੰਦੇ ਐਸੇ ਤਰ੍ਹਾਂ ਕਹਿੰਦੇ ਵੀ ਇਹ ਗੱਲ ਦਸੰਬਰ 1984 ਦੀ ਹੈ, ਜਦੋਂ ਸਖਤ ਠੰਡ ਅਤੇ ਧੁੰਦ ਪੈ ਰਹੀ ਸੀ। ਜੂਨ 1984 ਅਤੇ ਨਵੰਬਰ 1984 ਸਿੱਖਾਂ ਉੱਪਰ ਇਹ 2 ਵੱਡੇ ਹਮਲੇ ਹੋ ਚੁੱਕੇ ਸਨ। ਸਿੱਖਾਂ ਵਿੱਚ ਰੋਹ ਅਤੇ ਗੁੱਸੇ ਦੇ ਨਾਲ ਹੀ ਬੇਇੱਜ਼ਤੀ ਦਾ ਦਰਦ ਤੇ ਇੱਕ ਖੌਫ ਜਿਹਾ ਵੀ ਸੀ। 1984 ਤੋਂ ਬਾਅਦ ਹੀ ਅਸੀਂ ਤਿੰਨਾਂ ਦੋਸਤਾਂ ਨੇ ਹਥਿਆਰਬੰਦ ਲੜਾਈ ਦਾ ਰਾਹ ਚੁਣ ਲਿਆ ਸੀ ਤੇ ਦਸੰਬਰ ਤੱਕ ਸਾਡਾ ਬੱਬਰ ਖਾਲਸਾ ਦੇ ਭਾਈ ਅਨੋਖ ਸਿੰਘ, ਸੁਲੱਖਣ ਸਿੰਘ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਚਰਨਜੀਤ ਸਿੰਘ ਤੇ ਚਾਚਾ ਮਥਰਾ ਸਿੰਘ ਨਾਲ ਸੰਪਰਕ ਹੋ ਚੁੱਕਿਆ ਸੀ। ਸਾਡੇ ਕੋਲ ਕਾਫੀ ਅਸਲਾ ਇਕੱਠਾ ਹੋ ਚੁੱਕਿਆ ਸੀ। ਕਹਿੰਦੇ ਉਸ ਵਕਤ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਮਦਮੀ ਟਕਸਾਲ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਸੰਬੰਧਿਤ ਸਿੰਘ ਜਥੇਬੰਦ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਬੱਬਰ ਖਾਲਸਾ ਵਾਲੇ ਵੀ ਜਥੇਬੰਦ ਹੋ ਰਹੇ ਸਨ। ਹਾਲੇ ਕਿਸੇ ਕੋਲ ਵੀ ਵੱਡੇ ਕਾਰਨਾਮੇ ਕਰਨ ਲਈ ਤਾਂ ਨਾ ਤਾਂ ਬੰਦੇ ਸਨ ਅਤੇ ਨਾ ਹੀ ਸਮਾਨ ਸੀ। ਸਾਡਾ ਇਹਨਾਂ ਦੋਹਾਂ ਹਿੱਸਿਆਂ ਨਾਲ ਸੰਪਰਕ ਹੋਣ ਕਾਰਨ ਅਸੀਂ ਸਮਾਨ ਅਤੇ ਬੰਦੇ ਦੋਵੇਂ ਹੀ ਇਕੱਠੇ ਕਰ ਸਕਦੇ ਸੀ। ਬੱਬਰਾਂ ਨੂੰ ਕਹਿੰਦੇ ਵੀ ਅਸੀਂ ਰਾਜ ਕਿਸ਼ਨ ਬੇਦੀ, ਜੋ ਉਸ ਵਕਤ CIA ਇੰਸਪੈਕਟਰ ਸੀ, ਬਾਰੇ ਦੱਸਿਆ। ਬੇਦੀ ਪਹਿਲਾਂ ਹੀ ਬੜਾ ਬਦਨਾਮ ਅਫਸਰ ਸੀ। ਕਹਿੰਦੇ ਇਹ ਤਸ਼ੱਦਦ ਵਿੱਚ ਮਾਹਰ ਅਤੇ ਭ੍ਰਿਸ਼ਟ ਅਫਸਰ ਸੀ। DR ਭੱਟੀ ਉੱਪਰ ਹੋਏ ਹਮਲੇ ਵਿੱਚ ਇਸ ਨੇ ਸਿੰਘਾਂ ਦੀ ਜਲਾਲਤ ਭਰੀ ਤਫਤੀਸ਼ ਕੀਤੀ ਸੀ। ਸੰਘਰਸ਼ ਤੋਂ ਪਹਿਲਾਂ ਵੀ ਉਸ ਨੇ ਪੈਸੇ ਦੇ ਲਾਲਚ ਵਿੱਚ ਦੀਪੇ ਅਤੇ ਮਹਿੰਦਰ ਆਜ਼ਾਦ ਦੇ ਝੂਠੇ ਮੁਕਾਬਲੇ ਬਣਾਏ ਸਨ। ਭਾਈ ਅਨੋਖ ਸਿੰਘ ਹੋਰਾਂ ਨੇ ਕਿਹਾ ਵੀ ਇਹ ਕੰਮ ਹੋ ਜਾਵੇ ਤਾਂ ਸਿੱਖਾਂ ਨੂੰ ਬਹੁਤ ਹੌਸਲਾ ਮਿਲੇਗਾ। ਅਸੀਂ ਇਸ ਕੰਮ ਉੱਪਰ ਲੱਗ ਗਏ। ਕਹਿੰਦੇ ਅਸੀਂ ਰਾਜ ਕ੍ਰਿਸ਼ਨ ਬੇਦੀ ਨੂੰ ਨਿੱਜੀ ਤੌਰ ਤੇ ਵੀ ਜਾਣਦੇ ਸੀ। ਉਹ ਉਸ ਵਕਤ CIA ਸਟਾਫ ਦੇ ਪਿਛਲੇ ਪਾਸੇ ਬਣੇ ਮਕਾਨਾਂ ਵਿੱਚ ਹੀ ਰਹਿੰਦਾ ਸੀ। ਉਸ ਵਕਤ ਕਹਿੰਦੇ ਵੀ CIA ਦਾ ਪਿਛਲੇ ਪਾਸੇ ਨੂੰ ਇੱਕ ਦਰਵਾਜ਼ਾ ਵੀ ਸੀ ਜੋ ਟੁੱਟੀ ਹੋਈ ਸੜਕ ਤੇ ਖੁੱਲਦਾ ਸੀ। ਇਸ ਸੜਕ ਤੇ ਕੋਈ ਬੱਤੀ ਨਹੀਂ ਸੀ। ਰਾਤ ਨੂੰ ਪਿਛਲੇ ਪਾਸੇ ਪੂਰਾ ਹਨੇਰਾ ਹੁੰਦਾ ਸੀ। ਉਦੋਂ ਤੱਕ ਫਿਰੋਜ਼ ਗਾਂਧੀ ਬਾਜ਼ਾਰ ਵਾਲਾ ਸਾਰਾ ਇਲਾਕਾ ਇੱਕ ਮੈਦਾਨ ਹੀ ਸੀ ਜਿੱਥੇ ਕੋਈ ਦੁੱਕੀ ਤਿੱਕੀ ਦੁਕਾਨ ਬਣਨੀ ਸ਼ੁਰੂ ਹੋਈ ਸੀ। ਇਸ ਮੈਦਾਨ ਵਿੱਚ ਉਹਨਾਂ ਦਿਨਾਂ ਵਿੱਚ ਸੰਤ ਰਾੜੇ ਵਾਲਿਆਂ ਦੇ ਦੀਵਾਨ ਲੱਗਦੇ ਸਨ ਤੇ ਇਹ ਕਾਫੀ ਰਾਤ ਤੱਕ ਚੱਲਦੇ ਸਨ। ਥਾਣੇ ਦੇ ਪਿਛਲੇ ਪਾਸੇ ਸਭ ਤੋਂ ਪਹਿਲੇ ਕੋਨੇ ਵਿੱਚ ਇੱਕ ਹੋਟਲ ਦੀ ਤਿਆਰੀ ਹੋ ਰਹੀ ਸੀ ਜੋ ਹੁਣ ਗਰੇਵਾਲ ਹੋਟਲ ਵਜੋਂ ਜਾਣਿਆ ਜਾਂਦਾ ਸੀ। ਰਾਤ ਨੂੰ ਇਹ ਇਲਾਕਾ ਸੁਨਸਾਨ ਤੇ ਹਨੇਰੇ ਵਾਲਾ ਹੁੰਦਾ ਸੀ। ਕਹਿੰਦੇ ਦੀਵਾਨ ਵਾਲੇ ਦਿਨਾਂ ਵਿੱਚ ਅਸੀਂ ਹੋਟਲ ਦੀ ਦੂਸਰੀ ਮੰਜ਼ਲ ਤੇ ਖਲੋ ਕੇ ਦੇਖਿਆ ਤਾਂ CIA ਸਟਾਫ ਵਿੱਚ ਬੇਦੀ ਦੀ ਰਿਹਾਇਸ਼ ਸਪਸ਼ਟ ਦਿਖ ਰਹੀ ਸੀ। ਉਸ ਦੀ ਘਰਵਾਲੀ, ਕੁੜੀ, ਮੁੰਡਾ ਅਤੇ ਉਸ ਨੂੰ ਰੋਟੀ ਖਾਂਦਿਆਂ ਨੂੰ ਅਸੀਂ ਦੇਖ ਸਕਦੇ ਸੀ। ਜਦੋਂ ਇਹ ਦ੍ਰਿਸ਼ ਸੁਲੱਖਣ ਸਿੰਘ ਬੱਬਰ ਤੇ ਅਨੋਖ ਸਿੰਘ ਬੱਬਰ ਨੇ ਦੇਖਿਆ ਤਾਂ ਬੜੇ ਹੈਰਾਨ ਹੋਏ ਤੇ ਕਿਹਾ ਕਿ ਇਹ ਤਾਂ ਬਹੁਤ ਸੌਖਾ ਹੀ ਇੱਥੋਂ ਮਾਰਿਆ ਜਾ ਸਕਦਾ ਹੈ। ਸਾਨੂੰ ਇੱਕ ਦੂਰਬੀਨ ਬੰਦੂਕ ਚਾਹੀਦੀ ਸੀ। ਕੋਈ ਵੀ ਪੱਕੀ ਬੰਦੂਕ ਇੰਨੇ ਫਾਸਲੇ ਤੋਂ ਸੌਖਿਆਂ ਮਾਰ ਕਰਦੀ ਸੀ। ਉਹ ਚਾਨਣ ਵਿੱਚ ਸੀ ਤੇ ਅਸੀਂ ਹਨੇਰੇ ਵਿੱਚ। CIA ਸਟਾਫ ਵਿੱਚ ਕਾਫੀ ਪਹਿਰੇਦਾਰੀ ਸੀ ਪਰ ਸਾਰੀ ਦਰਵਾਜ਼ੇ ਉੱਤੇ ਸੀ। ਕਹਿੰਦੇ ਸ਼ਾਇਦ ਪਿਛਲੇ ਪਾਸੇ ਉਹਨਾਂ ਨੂੰ ਕੋਈ ਚਿੱਤ ਚੇਤਾ ਵੀ ਨਹੀਂ ਸੀ। ਥਾਣੇ ਦੇ ਸਾਰੇ ਖੁੰਝਿਆਂ ਉੱਤੇ ਮੋਰਚੇ ਬਣੇ ਹੋਏ ਸਨ ਪਰ ਰਾਤ ਨੂੰ ਇੱਥੇ ਕੋਈ ਸੰਤਰੀ ਨਹੀਂ ਸੀ ਹੁੰਦਾ। ਬੇਦੀ ਦੇ ਘਰ ਦੀ ਛੱਤ ਉੱਪਰ